सत श्री अकाल, नमस्कार, आदाब। ਅੱਜ ਸਾਡੇ ਨਾਲ ਕਾਂਗਰਸ ਦੇ ਸੀਨੀਅਰ ਲੀਡਰ ਔਰ ਸਿੱਖ ਸ਼ਖਸੀਅਤ ਸ਼੍ਰੀ ਸੁਰਿੰਦਰ ਸ਼ਿੰਦਾ ਜੀ, ਜੋ ਪੰਜਾਬ ਡਿਪੂ ਹੋਲਡਰ ਰਾਸ਼ਨ ਦੇ ਐਸੋਸੀਏਸ਼ਨ ਦੇ ਪ੍ਰਧਾਨ ਵੀ ਨੇ। ਪਹਿਲਾਂ ਤਾਂ ਉਹਨਾਂ ਦਾ ਸਟੂਡੀਓ 'ਚ ਆਉਣ ਤੋਂ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਬਹੁਤ-ਬਹੁਤ ਸਵਾਗਤ ਸ਼ਿੰਦਾ ਜੀ। ਸ਼ਿੰਦਾ ਜੀ, ਪਿਛਲੇ 5-6 ਸਾਲ ਤੋਂ ਜਦੋਂ ਦੀ ਮੋਦੀ ਗੌਰਮੈਂਟ ਸੱਤਾ 'ਚ ਆਈ ਹੈ, ਕੋਸ਼ਿਸ਼ ਰਹੀ ਹੈ ਕਿ ਹਰ ਪਾਲਿਸੀ, ਹਰ ਚੀਜ਼ ਇਹ ਰਵੇ ਕਿ ਜਿਹੜੀ ਮਿਨੋਰਟੀ ਨੂੰ ਟਾਰਗੇਟ ਕਰਕੇ ਹੀ ਕੀਤਾ ਜਾਣ, ਫੈਸਲੇ ਵੀ ਉਹੀ ਲਏ ਜਾਣ, ਚਾਹੇ ਉਹ ਸਿੱਖ ਕਮਿਊਨਿਟੀ ਹੈ, ਚਾਹੇ ਮੁਸਲਿਮ ਕਮਿਊਨਿਟੀ ਹੈ। ਇਸੇ ਰੂਪ ਰੇਖਾ ਦੇ ਦਰਮਿਆਨ ਹੀ ਇਹਨਾਂ ਨੇ ਬੈਂਕਾਂ ਨੂੰ, ਨੈਸ਼ਨਲਾਈਜ਼ ਨੂੰ ਜਿਹੜੇ ਸੀ ਉਹਨਾਂ ਨੂੰ ਮਰਜ ਕਰਨਾ ਸ਼ੁਰੂ ਕਰ ਦਿੱਤਾ। ਹੁਣ ਇਹਨਾਂ ਨੇ ਜਿਹੜਾ ਸਿੱਖ ਕਮਿਊਨਿਟੀ ਦਾ ਇੱਕੋ ਹੀ ਹਿੰਦੁਸਤਾਨ 'ਚ ਬੈਂਕ ਰਹਿ ਗਿਆ, ਪੰਜਾਬ ਐਂਡ ਸਿੰਧ ਬੈਂਕ, ਉਹਨੂੰ ਇਹਨਾਂ ਨੇ ਪ੍ਰਾਈਵੇਟ ਹੱਥਾਂ 'ਚ ਦੇਣ ਦੀ ਤਿਆਰੀ ਕੀਤੀ ਹੈ। ਕੀ ਕਾਰਨ, ਤੁਸੀਂ ਕੀ ਸੋਚਦੇ ਹੋ ਕਿ ਇਹਨਾਂ ਦੀ ਸੋਚ ਕਿੱਥੇ ਤੱਕ ਜਾ ਰਹੀ ਹੈ? ਇਹ ਜਿਹੜੀ ਪੰਜਾਬ ਐਂਡ ਸਿੰਧ ਬੈਂਕ ਸੀਗੀ, ਇਹ 24 ਜੂਨ 1960 ਨੂੰ ਹੋਂਦ 'ਚ ਆਈ ਹੈ। ਉਸ ਵੇਲੇ ਸੁੰਦਰ ਸਿੰਘ ਮਜੀਠੀਆ ਜੀ, ਕਵੀ ਭਾਈ ਵੀਰ ਸਿੰਘ ਜੀ ਤੇ ਭਾਈ ਤਰਲੋਚਨ ਸਿੰਘ ਜੀ, ਇਹਨਾਂ ਨੇ ਇਸ ਬੈਂਕ ਨੂੰ ਖੜਾ ਕੀਤਾ ਸੀ। ਔਰ ਉਹ ਬੈਂਕ ਸਿੱਖਾਂ ਦੇ ਨਾਲ ਸੰਬੰਧਿਤ ਸੀ। ਇਹਦੀ ਅਰਦਾਸ ਜਿਹੜੀ ਆ ਦਰਬਾਰ ਸਾਹਿਬ, ਹਰਿਮੰਦਰ ਸਾਹਿਬ ਕੀਤੀ ਗਈ ਵੀ ਇਹ ਪ੍ਰਮਾਤਮਾ ਸਾਨੂੰ ਰਕਸ਼ਾ ਕਰੀ, ਅਸੀਂ ਬੈਂਕ ਤਿਆਰ ਕਰ ਲਏ ਹਾਂ। ਔਰ ਸਾਡੀ ਖੂਬ ਚੱਲੀ ਬੈਂਕ ਜਿਹੜੀ ਸੀ, ਖੂਬ ਚੱਲੀ। 1980 'ਚ ਭਾਰਤ ਸਰਕਾਰ ਨੇ ਪੰਜਾਬ ਐਂਡ ਸਿੰਧ ਬੈਂਕ ਨਾਲ ਗੱਲ ਕਰਕੇ ਵੀ ਅਸੀਂ ਤੁਹਾਨੂੰ ਸਰਕਾਰੀ ਬੈਂਕ ਅਨਾਉਂਸ ਕਰਨਾ ਚਾਹੁੰਦੇ ਹਾਂ। ਸਿੱਖ ਕੌਮ ਮੰਨ ਗਈ ਵੀ ਕੋਈ ਗੱਲ ਨਹੀਂ, ਅਸੀਂ ਤੁਹਾਡੇ ਨਾਲ ਹਾਂ ਇਸ ਗੱਲ 'ਚ, ਵੀ ਤੁਸੀਂ ਸਾਨੂੰ ਸਰਕਾਰੀ ਬੈਂਕ ਅਨਾਉਂਸ ਕਰ ਦਿਓ। ਵੀ ਸਾਡੀਆਂ ਕੁਝ ਸ਼ਰਤਾਂ ਹੈ। ਉਹਨਾਂ ਨੇ ਸ਼ਰਤ ਰੱਖੀ ਵੀ ਤੁਸੀਂ ਸਰਕਾਰੀ ਤਾਂ ਅਨਾਉਂਸ ਕਰ ਦਿਓ, ਪਰ ਇਸ ਬੈਂਕ ਦੇ ਵਿੱਚ 60% ਲੋਕ ਜਿਹੜੇ ਉਹ ਸਿੱਖ ਹੋਣਗੇ, ਸਿੱਖ ਕੌਮ ਨਾਲ ਸੰਬੰਧਿਤ ਹੋਣਗੇ, ਤਾਂ ਇਹ ਅਸੀਂ ਬੈਂਕ ਚੱਲਣ ਦੇਣਗੇ। ਭਾਰਤ ਸਰਕਾਰ ਨੇ, ਉਸ ਵੇਲੇ ਦੀ ਸਰਕਾਰ ਨੇ ਉਹ ਗੱਲ ਮੰਨ ਲਈ ਵੀ 60% ਲੋਕ ਅੱਜ ਵੀ ਇਸ ਬੈਂਕ ਦੇ ਵਿੱਚ ਕੰਮ ਕਰਦੇ ਸਨ। ਪਰ ਇਹ ਜਦੋਂ ਦੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਬਣੇ ਨੇ, ਇਹਨਾਂ ਨੇ ਜਾਤੀਵਾਦ ਇੰਨਾ ਖੜਾ ਕਰਤਾ ਬਈ ਸਮਝ ਨਹੀਂ ਆ ਰਹੀ ਵੀ ਕੀ ਇਹ ਬੰਦਾ ਸੋਚ ਰਿਹਾ। ਪਹਿਲਾਂ ਐਸੀ ਲੋਕਾਂ ਦੇ ਮਗਰ ਪਿਆ, ਉਹਦੀ ਰਿਜ਼ਰਵੇਸ਼ਨ ਇਹਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਫਿਰ ਮੁਸਲਮਾਨ ਭਾਈਚਾਰੇ ਦੇ ਮਗਰ ਪਿਆ, ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਇਹ ਪੰਜਾਬ ਐਂਡ ਸਿੰਧ ਬੈਂਕ ਨੂੰ ਵੀ ਖਤਮ ਕਰਨ ਤੇ ਲੱਗੇ ਹੋਏ। ਇਹ ਜੇ ਇਹਨਾਂ ਨੇ ਪੰਜਾਬ ਐਂਡ ਸਿੰਧ ਬੈਂਕ ਨੂੰ ਖਤਮ ਕੀਤਾ ਤੇ ਮੈਨੂੰ ਲੱਗਦਾ ਵੀ ਦੇਸ਼ ਨੂੰ ਇਹਦੇ ਅਵਜ਼ਾਨਾ ਭੁਗਤਣਾ ਪਊਗਾ। ਇਸੇ ਸਰਕਾਰ ਨੂੰ, ਮੋਦੀ ਸਰਕਾਰ ਨੂੰ ਇਹਦਾ ਮੁੱਲ ਤਾਰਨਾ ਪਊਗਾ ਵੀ ਅਸੀਂ ਇਹ ਬੈਂਕ ਨੂੰ ਹੱਥ ਪਾਇਆ ਤੇ ਕੀ ਹੋਇਆ ਸਾਡਾ। ਇਹ ਮੈਨੂੰ ਹੁਣ ਸਮਝ ਨਹੀਂ ਆ ਰਹੀ ਵੀ ਪਹਿਲਾਂ ਇਸ ਬੈਂਕ ਦੀ ਜਿਹੜੀ ਸਰਪ੍ਰਸਤੀ ਹੁੰਦੀ ਸੀ, ਸਿੱਖ ਕੌਮ ਦੇ ਕੋਲ ਹੁੰਦੀ ਸੀ, ਹੁਣ ਸਾਊਥ ਦੇ ਲੋਕਾਂ ਨੂੰ ਦੇਤੀ। ਸਾਊਥ ਦੇ ਲੋਕ ਜਿਹੜੇ ਆ, ਕਲਕੱਤਾ ਸਾਈਡ ਦੇ ਆ, ਮਹਾਰਾਸ਼ਟਰ ਦੇ ਆ, ਉਹਨਾਂ ਨੂੰ ਕੀ ਪਤਾ ਸਿੱਖ ਕੌਮ ਨੇ ਕਿਆ ਦੇਸ਼ ਲਈ ਕੀ ਕੀਤਾ, ਕਿਆ ਨਹੀਂ ਕੀਤਾ, ਕੀ ਸਿੱਖ ਕੌਮ ਸਵੇਰੇ ਉੱਠ ਕੇ ਕਰਦੀ ਹੈ, ਪਰਮਾਤਮਾ ਦਾ ਕਿੰਨਾ ਨਾਂ ਲੈਂਦੀ ਹੈ, ਇਹ ਬੈਂਕ ਨੂੰ ਕਿੰਨਾ ਉਹਨਾਂ ਦਾ ਚਲਾਉਣ 'ਚ ਯੋਗਦਾਨ ਰਿਹਾ। ਅੱਜ ਉਹਨੂੰ ਇਹ ਖਤਮ ਕਰਨ ਲੱਗਾ। ਪਹਿਲਾਂ ਵੀ ਕੁਝ ਬੈਂਕਾਂ ਇਹਨਾਂ ਨੇ ਖਤਮ ਕੀਤੀਆਂ, ਹੁਣ ਇਸ ਬੈਂਕ ਨੂੰ ਵੀ ਖਤਮ ਕਰਨ ਲੱਗੇ ਆ। ਸੋ ਮੈਂ ਸੋਚਦਾ ਵੀ ਜੇ ਇਸ ਤਰ੍ਹਾਂ ਹੀ ਹੋਇਆ ਤਾਂ ਦੇਸ਼ ਨੂੰ ਸਿੱਖ ਕੌਮ ਤੋਂ ਵੱਖ ਹੋਣਾ ਪਊਗਾ। ਸਿੱਖ ਕੌਮ ਇਹਦਾ ਵਿਰੋਧ ਕਰੇਗੀ। ਔਰ ਉਹਨੂੰ ਉਹ ਸ਼ਬਦਾਂ 'ਚ ਵੀ ਮੈਂ ਦੱਸਣਾ ਚਾਹੁੰਦਾ ਮੋਦੀ ਸਰਕਾਰ ਨੂੰ ਵੀ ਇਹਦੇ ਭੈੜੇ ਹਸ਼ਰ ਉਹਨਾਂ ਨੂੰ ਭੁਗਤਣੇ ਪੈਣਗੇ। ਸ਼ਿੰਦਾ ਜੀ, ਦੋ ਚੀਜ਼ਾਂ ਹੈਗੀਆਂ। ਦੇਖੋ, ਮੋਦੀ ਸਰਕਾਰ ਦੇ ਦੋ ਮੁੱਦੇ ਨੇ, ਕਿਉਂਕਿ ਤੁਹਾਡੀ ਗੱਲ ਬਿਲਕੁਲ ਸਹੀ ਗੱਲ ਹੈਗੀ ਕਿ ਮੋਦੀ ਸਰਕਾਰ ਨੇ ਐਸਸੀ ਐਕਟ ਦੇ ਵਿਚਕਾਰ ਰਿਜ਼ਰਵੇਸ਼ਨ ਖਤਮ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿੱਥੇ ਉਹ ਕਾਮਯਾਬ ਨਹੀਂ ਹੋਈ। ਪਰ ਜਦੋਂ ਬੈਂਕ ਹੀ ਪ੍ਰਾਈਵੇਟ ਹੋ ਗਏ, ਜਿਹੜੀਆਂ ਸਰਕਾਰ ਦੀਆਂ ਪਾਲਿਸੀਆਂ ਉਹ ਨੈਚੁਰਲੀ ਗੱਲ ਪ੍ਰਾਈਵੇਟ ਬੈਂਕ ਲਾਗੂ ਨਹੀਂ ਕਰਨਗੇ। ਜੇ ਉਹ ਪਾਲਿਸੀਆਂ ਲਾਗੂ ਨਹੀਂ ਹੋਣਗੀਆਂ ਤਾਂ ਇੱਕ ਆਮ ਆਦਮੀ ਤੱਕ ਜਿਹੜੀ ਪਹੁੰਚ ਸੀ, ਇੱਕ ਗਰੀਬ ਆਦਮੀ ਜਿਹੜਾ 500,000 ਰੁਪਏ ਨਾਲ ਬੈਂਕ 'ਚ ਖਾਤਾ ਖੋਲ੍ਹ ਲੈਂਦਾ ਸੀ, ਉਹ ਪ੍ਰਾਈਵੇਟ ਬੈਂਕ 'ਚ ਘੱਟੋ ਘੱਟ 10,000 20,000 ਰੁਪਏ ਦਾ ਖਾਤਾ ਖੋਲ੍ਹੇਗਾ। ਦੂਸਰੀ ਇਹ ਗੱਲ ਹੈ ਕਿ ਜਿਹੜੇ ਤੁਸੀਂ ਐਸਸੀ ਐਕਟ ਦੀ ਗੱਲ ਕੀਤੀ, ਉਹ ਰਿਜ਼ਰਵੇਸ਼ਨ ਪ੍ਰਾਈਵੇਟ ਬੈਂਕ ਦਾ ਕੋਈ ਨਹੀਂ ਦੇਗਾ। ਇਹਦਾ ਮਤਲਬ ਹੈ ਕਿ ਗੌਰਮੈਂਟ ਜਿਹੜੀ ਹੈਗੀ ਆ, ਰਿਜ਼ਰਵੇਸ਼ਨ ਦੀ ਜਿਹੜੀ ਪਾਲਿਸੀ ਹੈਗੀ, ਉਹ ਸਿੱਧੇ ਤਰੀਕੇ ਨਾਲ ਨਹੀਂ, ਉਲਟੇ ਤਰੀਕੇ ਨਾਲ ਖਤਮ ਕਰਨ ਦੀ ਤਿਆਰੀ ਕਰ ਰਹੀ ਹੈ, ਜਿਸ ਦੇ ਏਵਜ ਦੇ ਵਿੱਚ ਉਹਨੇ 23 ਮਹਿਕਮੇ ਪਹਿਲਾਂ ਸਰਕਾਰੀ ਵੇਚ ਦਿੱਤੇ ਨੇ ਤੇ ਬਾਕੀ ਜਿਹੜੇ ਡਿਪਾਰਟਮੈਂਟ ਨੇ ਉਹਨਾਂ ਨੂੰ ਵੇਚਣ ਤੇ ਨਿਲਾਮੀ ਤੇ ਲਗਾਇਆ ਹੋਇਆ। ਏਅਰਪੋਰਟ ਵੇਚ ਰਹੇ ਨੇ, ਸਟੇਸ਼ਨ ਵੇਚ ਰਹੇ ਨੇ, ਰੇਲਵੇ ਸਟੇਸ਼ਨ ਵੇਚ ਰਹੇ ਨੇ। ਔਰ ਮੈਨੂੰ ਤਾਂ ਲੱਗ ਰਿਹਾ ਕਿ ਇਹਨਾਂ ਨੇ ਜਾਣ ਤੋਂ ਪਹਿਲਾਂ ਇਹਨੇ ਜਿਹੜੇ ਸਰਕਾਰੀ ਅਦਾਰੇ ਜਿੱਥੇ ਦਫ਼ਤਰ ਹੈਗੇ ਨੇ ਉਹ ਵੀ ਜਗ੍ਹਾ ਵੇਚ ਦੇਣੀਆਂ। ਤੁਸੀਂ ਕੀ ਸੋਚਦੇ ਕਿ ਇਹਨਾਂ ਗੌਰਮੈਂਟ ਦੀ ਕੋਈ ਪਾਲਿਸੀ ਹੈ ਜਾਂ ਇਹੀ ਸੋਚ ਕੇ ਬੈਠੀ ਹੈ ਕਿ ਸਿਰਫ ਤੇ ਸਿਰਫ ਆਪਣੇ ਮਿੱਤਰ ਮੰਡਲੀ ਨੂੰ ਕਿਸ ਤਰ੍ਹਾਂ ਫਾਇਦਾ ਦਿੱਤਾ ਜਾ ਸਕੇ?
ਇਸ ਪਾਲਿਸੀ ਨੂੰ ਸਾਡੇ ਦੇਸ਼ ਦੇ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਉਹ ਸਾਰਾ ਕੁਝ ਵੇਚ ਲੈਣਾ, ਵੇਚ ਕੇ ਆਪਣੇ ਬੰਦੇ ਬਾਹਰ ਨੂੰ ਭਜਾ ਦੇਣੇ, ਪੈਸਾ ਉਹਨਾਂ ਦੇ ਕੋਲ ਜਮ੍ਹਾਂ ਕਰ ਦੇਣਾ, ਫਿਰ 500 ਰੁਪਈਆ ਜਾਂ 2-2000 ਰੁਪਈਆ ਬੈਂਕਾਂ 'ਚ ਪਾ ਕੇ ਲੋਕਾਂ ਨੂੰ ਕਹਿਣਾ ਮੈਨੂੰ ਵੋਟ ਪਾ ਦਿਓ। ਇਹ ਸਾਡੇ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਵੀ ਜਦੋਂ ਪ੍ਰਾਈਵੇਟ ਕੋਈ ਵੀ ਚੀਜ਼ ਹੋਵੇ ਉਹਨੂੰ ਅਸੀਂ ਹੱਥ ਤਾਂ ਲਾ ਹੀ ਨਹੀਂ ਸਕਦੇ, ਉਹਦੀ ਕਿਤੇ ਕੰਪਲੇਂਟ ਨਹੀਂ ਕਰ ਸਕਦੇ, ਅਸੀਂ ਉਹਦਾ ਕੋਈ ਵਿਰੋਧ ਨਹੀਂ ਕਰ ਸਕਦੇ। ਪ੍ਰਾਈਵੇਟ ਬੰਦੇ ਦਾ ਕੀ, ਪ੍ਰਾਈਵੇਟ ਜਿੰਨੇ ਅਦਾਰੇ ਆਪਣੀ ਮਰਜ਼ੀ ਨਾਲ ਚੱਲਦੇ ਆ, ਉਹ ਸਰਕਾਰ ਦੀ ਮਰਜ਼ੀ ਨਾਲ ਨਹੀਂ ਫਿਰ ਚੱਲਦੇ। ਸਰਕਾਰ ਉਹਨਾਂ ਤੇ ਆਪਣਾ ਦਬਾਅ ਰੱਖ ਸਕਦੀ ਹੈ, ਦੁਨੀਆ ਨਹੀਂ ਰੱਖ ਸਕਦੀ। ਇਸ ਕਰਕੇ ਪ੍ਰਾਈਵੇਟ ਤਾਂ ਕੋਈ ਚੀਜ਼ ਚੱਲੇ ਹੀ ਨਹੀਂ ਸਕਦੀ ਸਹੀ ਢੰਗ ਦੇ ਨਾਲ। ਇਹ ਪਾਲਿਸੀ ਮੇਰੇ ਲਿਹਾਜ਼ ਨਾਲ ਵੋਟਾਂ ਦੀ ਰਾਜਨੀਤੀ ਹੈ। ਪੈਸਾ ਇਕੱਠਾ ਕਰੇਗਾ ਸਾਰੀ ਚੀਜ਼ ਨੂੰ ਵੇਚ ਕੇ, ਕਈ ਪਲਾਟ ਵੇਚ ਰਿਹਾ, ਕਈ ਅਦਾਰੇ ਵੇਚ ਰਿਹਾ, ਰੇਲਵੇ ਵੇਚ ਰਿਹਾ, ਬੈਂਕਾਂ ਵੇਚ ਰਿਹਾ। ਇਹ ਵੇਚ ਕੇ ਆਪਣੇ ਬੰਦਿਆਂ ਨੂੰ, ਜਿੱਦਾਂ ਉਹ ਮੋਦੀ ਜਿਹੜੇ ਜਿਹੜੇ 2-3 ਬੰਦੇ ਇਹਦੇ ਅਡਾਨੀ ਵਗੈਰਾ, ਹਾਂ, ਉਹਨਾਂ ਨੇ ਪੈਸਾ ਦੇ ਕੇ ਉਹ ਬਾਹਰ ਭੇਜਦੇ। ਉਹਨਾਂ ਤੋਂ ਹੁਣ ਪੈਸਾ ਲੈ ਕੇ ਲੋਕਾਂ ਦੇ ਖਾਤਿਆਂ 'ਚ ਪਾ ਦੇਗਾ 500-500 ਹਜ਼ਾਰ ਰੁਪਈਆ। ਲੋਕ ਸਾਡੇ, ਤੁਹਾਨੂੰ ਪਤਾ ਹੈ, ਕੋਈ ਇੰਨੀ ਵਧੀਆ ਸੋਚ ਨਹੀਂ, ਕਈ ਜਿਹੜੀ ਛੋਟੇ ਬੰਦੇ ਆ, ਗਰੀਬ ਲੋਕ, ਉਹ ਐਡੀ ਵਧੀਆ ਸੋਚ ਨਹੀਂ ਰੱਖਦੇ। ਉਹ 1000, 2000, 5000 ਤੇ ਵੀ ਮਰ ਸਕਦੇ ਆ। ਉਹ ਵੋਟ ਲੈਣ ਦੀ ਖਾਤਰ ਇਹ 5-4 ਹਜ਼ਾਰ ਰੁਪਏ ਉਹਨਾਂ ਖਾਤੇ 'ਚ ਪਾ ਦੇਗਾ, ਮੁੜ ਕੇ ਫਿਰ ਜਿੱਤਣ ਦੀ ਕੋਸ਼ਿਸ਼ ਕਰੇਗਾ। ਇਹ ਮੈਨੂੰ ਲੱਗਦਾ ਇਹਦਾ ਮਕਸਦ ਹੈਗਾ। ਇਹ ਸਨ ਸਾਡੇ ਨਾਲ ਸੁਰਿੰਦਰ ਸ਼ਿੰਦਾ ਜੀ। ਸਭ ਤੋਂ ਵੱਡੀ ਗੱਲ ਸ਼ਿੰਦਾ ਜੀ ਨੇ ਇਹ ਗੱਲ ਕਲੀਅਰ ਕੀਤੀ ਹੈ ਕਿ ਗੌਰਮੈਂਟ ਜਿਹੜੇ ਪ੍ਰਾਈਵੇਟ ਅਦਾਰੇ ਕਰ ਰਹੀ ਹੈ, ਮੇਨ ਮਕਸਦ ਗੌਰਮੈਂਟ ਦਾ ਇਹੀ ਹੈ ਕਿ ਪ੍ਰਾਈਵੇਟ ਅਦਾਰੇ ਕਰ ਦਿੱਤੇ ਜਾਣ ਔਰ ਮੌਕੇ ਦੀ ਸਰਕਾਰ ਦੀ ਜਿਹੜੀ ਲਾਇਬਿਲਿਟੀ ਹੈ ਸਿਸਟਮ ਦੇ ਉੱਪਰ, ਇੱਕ ਆਮ ਆਦਮੀ ਉੱਪਰ ਜਵਾਬਦੇਹੀ ਹੈ, ਜਵਾਬਦੇਹੀ ਖਤਮ ਹੋ ਜਾਏਗੀ। ਕਿਉਂਕਿ ਜਦੋਂ ਅਦਾਰਾ ਹੀ ਪ੍ਰਾਈਵੇਟ ਹੋ ਗਿਆ ਤੇ ਪ੍ਰਾਈਵੇਟ ਅਦਾਰੇ ਵਿੱਚ ਡਿਕਟੇਟਰਸ਼ਿਪ ਆ ਜਾਣੀ ਹੈ, ਉਹਨਾਂ ਨੇ ਆਪਣੀ ਮਰਜ਼ੀ ਨਾਲ ਕਰਨੀ ਹੈ, ਨਾ ਤੇ ਉੱਤੇ ਕੋਈ ਗੌਰਮੈਂਟ ਦੀ ਪਾਲਿਸੀ ਲਾਗੂ ਹੋਣੀ ਹੈ, ਨਾ ਹੀ ਕੋਈ ਆਮ ਆਦਮੀ ਦੀ ਸੁਣਵਾਈ ਹੋਣੀ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ।